Hello students, today I'm making another video. So today I'm going to cover first 5 Q code of the new PDF. So Q code ਦੀ ਗੱਲ ਕਰੀਏ, ਮੈਂ ਪਹਿਲਾਂ ਵੀ ਡਿਸਕਸ ਕੀਤਾ, Q code is all about ਝੂਠ, all about ਸੱਚ। ਜੇ ਝੂਠ ਬੋਲਣਾ ਤਾਂ ਵੀ ਸਟੈਪ ਬਾਈ ਸਟੈਪ ਬੋਲਣਾ, ਅਗਰ ਸੱਚ ਬੋਲਣਾ ਤਾਂ ਵੀ ਸਟੈਪ ਬਾਈ ਸਟੈਪ ਬੋਲਣਾ। ਸੋ ਅੱਜ ਆਪਾਂ ਫਸਟ 5 Q code ਡੀਲ ਕਰਾਂਗੇ। ਜੋ ਨਿਊ PDF ਹੈ ਉਹਦੇ ਫਸਟ 5 Q code ਡੀਲ ਕਰਾਂਗੇ। ਕਿਹੜੇ 5 Q code ਹੈ ਜਿਹੜੇ ਮਈ ਤੋਂ ਅਗਸਤ ਵਿੱਚ, ਜੋ ਨਿਊ PDF ਹੈ ਮਈ ਤੋਂ ਅਗਸਤ, ਉਹਦੇ ਵਿੱਚ ਜਿਹੜੇ ਹੈ ਫਸਟ 5 Q code ਐਂਡ ਕਿਹੜੇ Q code ਨੂੰ ਆਪਾਂ ਕਿੱਦਾਂ ਸਪੀਕ ਕਰ ਸਕਦੇ ਹਾਂ। ਸੋ ਦਾ ਫਸਟ Q code ਹੈਗਾ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ ਯੂ ਵੈਂਟ ਔਨ। ਜੋ ਨਿਊ PDF ਹੈ ਮਈ ਤੋਂ ਅਗਸਤ, ਉਹਦਾ ਜੋ ਫਸਟ Q code ਹੈ ਉਹ ਹੈਗਾ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ ਯੂ ਵੈਂਟ ਔਨ। ਕੋਈ ਵੀ ਲੌਂਗ ਕਾਰ ਜਰਨੀ ਜਿੱਥੇ ਤੁਸੀਂ ਗਏ ਐਂਡ ਤੁਸੀਂ ਇੰਜੋਏ ਕੀਤਾ। ਸੋ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ ਯੂ ਵੈਂਟ ਔਨ। ਸੋ Q code, ਇਹ ਜਿਹੜਾ Q code ਹੈ ਪਹਿਲਾਂ ਆਪਾਂ ਇਹਨੂੰ ਪੰਜਾਬੀ ਸਪੀਕ ਕਰਾਂਗੇ ਕਿਉਂਕਿ ਉਹਦੇ ਨਾਲ ਤੁਹਾਡਾ ਜਿਹੜਾ ਆਈਡੀਆਜ਼ ਹੈ ਹੋਰ ਜ਼ਿਆਦਾ ਜਿਹੜੇ ਬਰੋਡ ਹੋਊਗੇ, ਹੋਰ ਜ਼ਿਆਦਾ ਐਕਸਪੈਂਡ ਹੋਊਗੇ। ਸੋ Q code ਹੈਗਾ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ। ਪਹਿਲਾਂ ਆਪਾਂ ਇਹਨੂੰ ਪੰਜਾਬੀ ਸਪੀਕ ਕਰਾਂਗੇ, ਫਿਰ ਆਪਾਂ ਉਹਨੂੰ ਇੰਗਲਿਸ਼ ਸਪੀਕ ਕਰਾਂਗੇ। ਸੋ Q code ਹੈਗਾ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ। ਕੋਈ ਵੀ ਲੌਂਗ ਕਾਰ ਜਰਨੀ, ਤੁਸੀਂ ਕਿਤੇ ਜਿਹੜਾ ਫਾਰ ਡਿਸਟੈਂਸ ਪਲੇਸ 'ਤੇ ਕਾਰ ਰਾਹੀਂ ਟਰੈਵਲ ਕੀਤਾ ਐਂਡ ਤੁਸੀਂ ਉਹਨੂੰ ਇੰਜੋਏ ਕੀਤਾ। ਸੋ Q code ਹਮੇਸ਼ਾ ਕਿੱਦਾਂ ਸਟਾਰਟ ਹੁੰਦਾ, ਤੁਸੀਂ ਸਟਾਰਟ ਕਰੋਗੇ ਕਿ ਹਾਂ ਮੈਂ ਕਾਫੀ ਸਾਰੀਆਂ ਕਾਰ ਜਰਨੀ ਇੰਜੋਏ ਕੀਤੀਆਂ ਕਿਉਂਕਿ ਮੈਨੂੰ ਆਪਣੀ ਫੈਮਿਲੀ ਨਾਲ ਟਰੈਵਲ ਕਰਨਾ ਬਹੁਤ ਪਸੰਦ ਹੈ। ਮੈਂ ਕਾਫੀ ਸਾਰੇ ਪਲੇਸ 'ਤੇ ਵਿਜ਼ਿਟ ਕੀਤਾ, ਪਰ ਇੱਥੇ ਮੈਂ ਗੱਲ ਕਰਾਂਗਾ, ਫਿਰ ਤੁਸੀਂ ਉਸ ਟੋਪਿਕ 'ਤੇ ਆਉਂਗੇ ਜਿਸ ਟੋਪਿਕ 'ਤੇ ਤੁਸੀਂ ਬੋਲਣਾ। ਇੱਥੇ ਮੈਂ ਗੱਲ ਕਰਾਂਗਾ ਆਪਣੀ ਲਾਸਟ ਸਮਰ ਹੋਲੀਡੇਜ਼ 'ਤੇ, ਜਿਹਦੇ ਵਿੱਚ ਮੈਂ ਮੈਕਲੋਡਗੰਜ ਵਿਜ਼ਿਟ ਕੀਤਾ ਆਪਣੀ ਫੈਮਿਲੀ ਦੇ ਨਾਲ। ਠੀਕ ਹੈ, ਤਾਂ ਤੁਸੀਂ ਉਸ ਪਲੇਸ ਦਾ ਨਾਂ ਲਓਗੇ। Q code ਹੈਗਾ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ। ਤਾਂ ਲੌਂਗ ਕਾਰ ਜਰਨੀ ਮਤਲਬ ਤੁਸੀਂ ਕਿਸੇ ਪਲੇਸ 'ਤੇ ਗਏ, ਤੁਹਾਨੂੰ ਪਹਿਲਾਂ ਉਹ ਪਲੇਸ ਮੈਂਸ਼ਨ ਕਰਨਾ ਪਏਗਾ ਤੁਸੀਂ ਕਿੱਥੇ ਗਏ ਹੈ। ਫਿਰ ਤੁਸੀਂ ਕਹੋਗੇ ਕਿ ਇੱਥੇ ਮੈਂ ਸਪੀਕ ਕਰਾਂਗਾ ਮੇਰੀ ਇੱਕ ਲੌਂਗ ਕਾਰ ਜਰਨੀ ਜਿਹੜਾ ਮੈਂ ਲਾਸਟ ਸਮਰ ਹੋਲੀਡੇਜ਼ 'ਚ ਮੈਂ ਵਿਜ਼ਿਟ ਕੀਤਾ, ਆਪਣੀ ਫੈਮਿਲੀ ਨਾਲ ਟਰੈਵਲ ਕੀਤਾ ਕਾਰ ਰਾਹੀਂ ਐਂਡ ਇਹ ਮੇਰੀ ਵਿਜ਼ਿਟ ਸੀਗੀ ਮੈਕਲੋਡਗੰਜ। ਤਾਂ ਮੈਕਲੋਡਗੰਜ 'ਤੇ ਫਿਰ ਤੁਸੀਂ ਸਪੀਕ ਕਰੋਗੇ। ਪਹਿਲੀ ਚੀਜ਼ ਹੈ, ਮੈਂ ਤੁਹਾਨੂੰ ਪਹਿਲੀ ਦੱਸਿਆ ਕਿ Q code ਅਗਰ ਤੁਸੀਂ ਉਸ ਪਲੇਸ 'ਤੇ ਨਹੀਂ ਗਏ ਤੁਸੀਂ ਇਮੈਜਿਨ ਕਰ ਸਕਦੇ ਹੈ। ਠੀਕ ਹੈ, ਉੱਦਾਂ ਤਾਂ ਜ਼ਿਆਦਾ ਬੈਟਰ ਇਹੀ ਹੈ ਕਿ ਜਿਸ ਪਲੇਸ 'ਤੇ ਤੁਸੀਂ ਵਿਜ਼ਿਟ ਕੀਤਾ, ਮੈਂ 2 ਵਾਰੀ ਮੈਕਲੋਡਗੰਜ ਆਲਰੇਡੀ ਵਿਜ਼ਿਟ ਕਰ ਚੁੱਕਾ, ਇਸ ਲਈ ਮੈਂ ਮੈਕਲੋਡਗੰਜ 'ਤੇ ਸਪੀਕ ਕਰਾਂਗਾ। ਕਿਉਂਕਿ ਜਦੋਂ ਆਪਾਂ ਕਿਸ ਚੀਜ਼ 'ਤੇ ਪ੍ਰੈਕਟੀਕਲੀ ਵਿਜ਼ਿਟ ਕੀਤਾ ਹੁੰਦਾ ਤਾਂ ਸਾਨੂੰ ਜ਼ਿਆਦਾ ਪਤਾ ਹੁੰਦਾ ਇਸ ਚੀਜ਼ ਬਾਰੇ। ਤਾਂ ਤੁਸੀਂ ਵੀ ਉਹੀ ਟੌਪਿਕ ਹਮੇਸ਼ਾ ਚੂਜ਼ ਕਰੋ ਜਿੱਥੇ ਤੁਸੀਂ ਖੁਦ ਟਰੈਵਲ ਕੀਤਾ। ਤਾਂ ਮੈਂ ਜਿਹੜਾ Q code ਹੈ ਮੈਕਲੋਡਗੰਜ 'ਤੇ ਬੋਲਾਂਗਾ। ਤਾਂ ਮੈਕਲੋਡਗੰਜ ਤੁਹਾਨੂੰ ਪਤਾ ਹਿਮਾਚਲ ਪ੍ਰਦੇਸ਼ ਦੇ ਹਿਮਾਚਲ ਦੇ ਵਿੱਚ ਹੈ। ਤਾਂ ਅਗਰ ਤੁਸੀਂ ਮੈਕਲੋਡਗੰਜ, ਮੇਰੇ Q code ਜੋ ਮੈਂ ਸਪੀਕ ਕਰਾਂਗਾ ਤੁਸੀਂ ਇਸੀ ਚੀਜ਼ 'ਤੇ ਬੋਲਣਾ ਹੋਵੇ ਤੁਸੀਂ ਬੋਲ ਸਕਦੇ ਹੈ, ਪਰ ਤੁਸੀਂ ਇੰਟਰਨੈਟ 'ਤੇ ਤੁਸੀਂ ਮੈਕਲੋਡਗੰਜ ਦੀਆਂ ਸਰਚ ਕਰਨਾ, ਉਹਦੀਆਂ ਤਸਵੀਰਾਂ ਨੂੰ ਸਰਚ ਕਰਨਾ। ਕਿਉਂਕਿ ਜਦੋਂ ਆਪਾਂ ਕਿਸ ਚੀਜ਼ ਨੂੰ ਪ੍ਰੈਕਟੀਕਲੀ ਦੇਖਿਆ ਹੁੰਦਾ, ਜੋ ਤੁਸੀਂ ਮੈਕਲੋਡਗੰਜ ਵਿੱਚ ਜੋ ਫੇਮਸ ਚੀਜ਼ਾਂ ਜਿੱਦਾਂ ਡਲ ਲੇਕ ਹੈ, ਉੱਥੇ ਬਕਸੂਨਾਥ ਟੈਂਪਲ ਹੈ, ਉੱਥੇ ਦਲਾਈ ਲਾਮਾ ਟੈਂਪਲ ਹੈ ਉੱਥੇ ਮੈਕਲੋਡਗੰਜ ਦੇ ਵਿੱਚ। ਫਿਰ ਉਸ ਤੋਂ ਇਲਾਵਾ ਤਿੱਬਤੀਅਨ ਜਿਹੜਾ ਕਲਚਰ ਹੈ, ਠੀਕ ਹੈ ਨਾ, ਕਿਉਂਕਿ ਤਿੱਬਤ ਦੇ ਜਦੋਂ ਚਾਈਨਾ ਦੇ ਵਿੱਚ ਸਮਥਿੰਗ ਲੋਕੀ ਮਾਈਗ੍ਰੇਟ ਹੋਏ ਸੀਗੇ, ਇੱਦਾਂ ਸਮਥਿੰਗ ਇੱਦਾਂ ਦੀ ਕੁਝ ਗੱਲ ਹੈਗੀ ਹੈ। ਤੋ ਜੇ ਤੁਸੀਂ ਮੈਕਲੋਡਗੰਜ ਬਾਰੇ ਤੁਸੀਂ ਨੈੱਟ 'ਤੇ ਤੁਸੀਂ ਸਰਚ ਕਰੋਗੇ, ਉੱਥੇ ਦੇ ਤੁਸੀਂ ਕੁਝ ਵਧੀਆ ਪਲੇਸ, ਤੁਸੀਂ ਉਹਦੀਆਂ ਫੋਟੋਜ਼ ਦੇਖੋਗੇ ਕਿ ਮੈਕਲੋਡਗੰਜ ਵਿੱਚ ਡਲ ਲੇਕ ਹੈਗੀ ਹੈ। ਮੈਕਲੋਡਗੰਜ ਦੇ ਵਿੱਚ ਡਲ ਲੇਕ ਤੋਂ ਇਲਾਵਾ ਦਲਾਈ ਲਾਮਾ ਟੈਂਪਲ ਹੈਗਾ। ਮੈਕਲੋਡਗੰਜ ਦੇ ਵਿੱਚ ਬਕਸੂਨਾਥ ਟੈਂਪਲ ਹੈਗਾ, ਕਈ ਬਕਸੂਨਾਗ ਟੈਂਪਲ ਕਹਿੰਦੇ ਹੈ, ਕਈ ਬਕਸੂਨਾਥ ਟੈਂਪਲ ਕਹਿੰਦੇ ਹੈ। ਫਿਰ ਇਸ ਤੋਂ ਇਲਾਵਾ ਵਾਟਰਫਾਲ ਬਹੁਤ ਹੈ ਮੈਕਲੋਡਗੰਜ ਦੇ ਵਿੱਚ, ਤਾਂ ਮਾਊਂਟੇਨਸ ਬਹੁਤ ਜ਼ਿਆਦਾ ਹੈ। ਜੇ ਤੁਸੀਂ ਮੈਕਲੋਡਗੰਜ ਵਿਜ਼ਿਟ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਤੁਸੀਂ ਨੈੱਟ 'ਤੇ ਦੀਆਂ ਪਿਕਚਰ ਦੇਖੋ ਮੈਕਲੋਡਗੰਜ ਦੀਆਂ, ਕਿਉਂਕਿ ਜੇ ਤੁਸੀਂ ਮੈਕਲੋਡਗੰਜ ਦੀਆਂ ਪਿਕਚਰ ਦੇਖੋਗੇ ਤਾਂ ਤੁਹਾਨੂੰ ਉਹ ਜਿਹੜਾ ਜ਼ਿਆਦਾ ਉਹ ਚੇਤਾ ਜਿਹੜਾ ਰੱਖਣ ਵਿੱਚ ਐਂਡ ਤੁਸੀਂ ਉਹਨਾਂ ਚੀਜ਼ਾਂ ਨੂੰ ਫਿਰ ਤੁਸੀਂ ਥੋੜ੍ਹਾ ਜਦੋਂ ਤੁਸੀਂ ਪ੍ਰੈਕਟੀਕਲੀ ਉਹਨਾਂ ਚੀਜ਼ਾਂ ਦੀ ਤਸਵੀਰਾਂ ਦੇਖੀਆਂ ਤਾਂ ਤੁਹਾਨੂੰ ਜਿਹੜਾ Q code ਹੈ ਰਿਮੈਂਬਰ ਕਰਨ 'ਚ ਜ਼ਿਆਦਾ ਜਿਹੜਾ ਈਜ਼ੀ ਹੋਏਗਾ। ਤਾਂ ਤੁਸੀਂ ਕਹੋਗੇ ਕਿ ਜਿੱਦਾਂ ਆਪਾਂ Q code ਸਟਾਰਟ ਕੀਤਾ ਸੀਗਾ ਕਿ ਹਾਂ ਭਾਈ ਕਾਫੀ ਸਾਰੇ ਮੈਂ ਪਲੇਸ ਵਿਜ਼ਿਟ ਕੀਤੇ ਹੈ, ਅਤੇ ਇੱਥੇ ਮੈਂ ਸਪੀਕ ਕਰਾਂਗਾ ਜਿਹੜਾ ਮੈਂ ਰੀਸੈਂਟਲੀ ਪਲੇਸ ਵਿਜ਼ਿਟ ਕੀਤਾ ਸਮਰ ਹੋਲੀਡੇਜ਼ 'ਚ ਐਂਡ ਇਹ ਮੇਰੀ ਵਿਜ਼ਿਟ ਸੀਗੀ ਮੈਕਲੋਡਗੰਜ ਦੀ। ਅਤੇ ਇਹ ਸਾਡੀਆਂ ਲਾਸਟ ਸਮਰ ਹੋਲੀਡੇਜ਼ ਸੀਗੀਆਂ ਅਤੇ ਮੈਂ ਅਤੇ ਮੇਰੀ ਫੈਮਿਲੀ ਨੇ ਡਿਸਾਈਡ ਕੀਤਾ ਕਿ ਆਪਾਂ ਮੈਕਲੋਡਗੰਜ ਵਿਜ਼ਿਟ ਕਰਨਾ। ਫਿਰ ਤੁਸੀਂ ਟਾਈਮ ਦੱਸੋਗੇ ਕਿ ਆਪਾਂ ਪਹਿਲਾਂ ਦੱਸਾਂਗੇ ਕਿ ਆਪਾਂ ਆਪਣੀ ਕਾਰ ਰਾਹੀਂ ਟਰੈਵਲ ਕੀਤਾ। ਕਾਰ ਦਾ ਤੁਸੀਂ ਦੱਸ ਸਕਦੇ ਕਿਹੜੀ ਕਾਰ ਆ ਸਾਡੇ ਕੋਲ, ਕਿਉਂਕਿ ਮੇਨ ਜਿਹੜਾ ਫੋਕਸ ਕਰਨਾ ਕਾਰ ਜਰਨੀ 'ਤੇ ਕਰਨਾ, ਠੀਕ ਹੈ ਨਾ। ਤੋ ਤੁਸੀਂ ਦੱਸ ਸਕਦੇ ਇਹ ਕਾਰ ਹੈ ਸਾਡੇ ਕੋਲ। ਤਾਂ ਆਪਾਂ ਆਪਣੀ ਜਿਹੜੀ ਹੈ ਜਰਨੀ ਹੈ ਉਹ ਕਿੰਨੇ ਵਜੇ ਸਟਾਰਟ ਕੀਤੀ, ਤੁਸੀਂ ਕਹਿ ਸਕਦੇ ਸੈਟਰਡੇ ਦਾ ਦਿਨ ਸੀਗਾ ਐਂਡ ਆਪਾਂ ਆਫਟਰਨੂਨ ਵਿੱਚ ਆਪਣੀ ਜਰਨੀ ਸਟਾਰਟ ਕੀਤੀ। ਠੀਕ ਹੈ, ਫਿਰ ਤੁਸੀਂ ਮੇਨ ਮੈਕਲੋਡਗੰਜ 'ਤੇ ਆਉਂਗੇ, ਤੁਸੀਂ ਕਹੋਗੇ ਕਿ ਆਪਾਂ ਬਾਏ ਦਾ ਈਵਨਿੰਗ ਦੀ ਗੱਲ ਕਰੀਏ, ਜਦੋਂ ਸ਼ਾਮ ਤੱਕ ਹੋਈ ਤਾਂ ਆਪਾਂ ਫਿਰ ਤੁਸੀਂ ਸਟਾਰਟ ਦੱਸਦਾ ਕਿ ਆਪਾਂ ਇੰਨੇ ਵਜੇ ਸਟਾਰਟ ਕੀਤੀ ਗਈ ਜਰਨੀ, ਅਤੇ ਈਵਨਿੰਗ ਵਿੱਚ ਫਿਰ ਆਪਾਂ ਹਿਮਾਚਲ ਪ੍ਰਦੇਸ਼ ਵਿੱਚ ਜਦੋਂ ਆਪਾਂ ਕਾਂਗੜਾ ਵਿੱਚ ਇੰਟਰ ਕੀਤੇ। ਤਾਂ ਕਾਂਗੜਾ ਡਿਸਟ੍ਰਿਕਟ ਹੈ ਹਿਮਾਚਲ ਪ੍ਰਦੇਸ਼ ਦਾ। तो मैकलोडगंज ਜਿਹੜਾ ਉਹ ਆਊਟਸਕਰਟਸ ਆਫ ਜੋ ਧਰਮਸ਼ਾਲਾ मतलब ਕਾਂਗੜਾ ਡਿਸਟ੍ਰਿਕਟ ਹੈ ਉਹਦੇ ਵਿੱਚ ਹੀ ਜਿਹੜਾ ਮੈਕਲੋਡਗੰਜ ਜਿਹੜਾ ਪੈਂਦਾ। तो फिर तुसीं कहोगे जो आप क्योंकि समर होलीडेज़ है जो तुसीं कहोगे आप कांगड़ा च इंटर किया तो जी ठंडी हवा साड़ी बॉडी में बहुत ज़्यादा टच करन लग पई
ਅੰਡਰਸਟੈਂਡ। तो मैं समर ਜਿਹੜੀ ਹੈ ਸੀਜ਼ਨ ਬਾਰੇ ਬਹੁਤ ਕੁਝ ਸਭ ਕੁਝ ਭੁੱਲ ਗਿਆ, ਠੀਕ ਹੈ ਨਾ। ਤੁਸੀਂ ਇਮੈਜਿਨ ਕਰ ਰਹੇ ਨਾ, ਦੇਖੋ ਮੈਂ ਤਾਂ ਸੱਚੀ ਉੱਥੇ ਪ੍ਰੈਕਟੀਕਲ ਵਿਜ਼ਿਟ ਕੀਤਾ, ਤਾਂ ਮੈਂ ਦੱਸਾਂਗਾ ਕਿ ਹਾਂ ਆਪਾਂ ਆਫਟਰਨੂਨ ਵਿੱਚ ਆਪਾਂ ਆਪਣੀ ਜਰਨੀ ਸਟਾਰਟ ਕੀਤੀ। ਟਰੈਵਲ ਆਪਾਂ ਕਾਰ ਰਾਹੀਂ ਟਰੈਵਲ ਕਰ ਰਹੇ ਸੀਗੇ। ਜਿੱਦਾਂ ਆਪਾਂ ਹਿਮਾਚਲ ਵਿੱਚ ਐਂਟਰ ਕੀਤਾ, ਮੇਰੇ ਪਾਪਾ ਨੇ ਹਿਮਾਚਲੀ ਸੌਂਗ ਪਲੇ ਕਰਤੇ, ਠੀਕ ਹੈ ਨਾ। ਤਾਂ ਇਹ ਸਾਡੀ ਜਰਨੀ ਨੂੰ ਬਹੁਤ ਜ਼ਿਆਦਾ ਇੰਜੋਏਬਲ ਬਣਾ ਦਿੱਤਾ। ਫਿਰ ਆਪਾਂ ਕਾਂਗੜਾ ਵਿੱਚ ਜਿੱਦਾਂ ਐਂਟਰ ਕੀਤਾ ਤਾਂ ਉੱਥੇ ਬਹੁਤ ਠੰਡੀ ਹਵਾ ਚੱਲਣ ਲੱਗ ਪਈ। ਤਾਂ ਮੈਂ ਸਾਡੀ ਜਿਹੜੀ ਬੋਡੀ ਹੈ ਜਦੋਂ ਉਹਨੇ ਠੰਡੀ ਹਵਾ ਨੂੰ ਫੀਲ ਕੀਤਾ ਤਾਂ ਆਪਾਂ ਮਤਲਬ ਬਹੁਤ ਅਮੇਜ਼ਿੰਗ ਫੀਲ ਕੀਤਾ। ਫਿਰ ਤੁਸੀਂ ਕਹੋਗੇ ਕਿ ਟਾਈਮ ਮੈਂਸ਼ਨ ਕਰ ਦੂੰਗੇ ਕਿ ਹਾਂ ਇੰਨੇ ਕੁ ਵਜੇ ਆਪਾਂ ਫਿਰ ਜਿਹੜਾ ਮੈਕਲੋਡਗੰਜ ਵਿੱਚ ਐਂਟਰ ਕੀਤਾ। ਤਾਂ ਮੈਕਲੋਡਗੰਜ ਜਦੋਂ ਤੁਸੀਂ ਐਂਟਰ ਕੀਤਾ ਤੁਸੀਂ ਟਾਈਮ ਮੈਂਸ਼ਨ ਕਰ ਸਕਦੇ ਅਗਰ ਤੁਸੀਂ ਆਫਟਰਨੂਨ, ਕਿਉਂਕਿ ਮੈਕਲੋਡਗੰਜ ਦੀ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਤੋਂ ਨੀਅਰ ਅਬਾਊਟ 150 ਤੋਂ ਅਬਵ, ਉੱਦਾਂ ਤਾਂ 130 ਕਿਲੋਮੀਟਰ ਅਬਾਊਟ ਮੈਕਲੋਡਗੰਜ, ਪਰ ਆਪਾਂ ਲੌਂਗ ਕਾਰ ਜਰਨੀ ਦੀ ਗੱਲ ਕਰ ਰਹੇ ਹਾਂ ਅਤੇ ਇਸ ਲਈ ਮੈਂ ਕਿਲੋਮੀਟਰ ਥੋੜ੍ਹੇ ਜਿਹੇ ਵਧਾ ਦਿੱਤੇ। ਤਾਂ ਮੈਂ ਮੋਰ ਦੈਨ 150 ਕਿਲੋਮੀਟਰ ਕਹਿ ਦਾਂਗਾ, ਠੀਕ ਹੈ ਨਾ, ਕਿ ਮੋਰ ਦੈਨ 150 ਕਿਲੋਮੀਟਰ ਸੀਗਾ ਕਿ ਜਿਹੜਾ ਆਪਾਂ ਕਾਰ ਨੇ ਟਰੈਵਲ ਕੀਤਾ ਮੈਕਲੋਡਗੰਜ। ਅਤੇ ਫਿਰ ਜਦੋਂ ਤੁਸੀਂ ਆਪਾਂ ਕਾਂਗੜਾ 'ਚ ਐਂਟਰ ਕੀਤਾ, ਮੈਂ ਦੱਸਦਾ ਕਿ ਠੰਡੀ ਹਵਾ ਸੀਗੀ ਉੱਥੇ, ਤਾਂ ਆਪਾਂ ਬਹੁਤ ਸਾਰਾ ਥੋੜ੍ਹਾ ਮਤਲਬ ਅਮੇਜ਼ਿੰਗ ਫੀਲ ਕੀਤਾ। ਫਿਰ ਤੁਸੀਂ ਕਹੋਗੇ ਕਿ ਇੰਨੇ ਕੁ ਵਜੇ ਆਪਾਂ ਫਿਰ ਮੈਕਲੋਡਗੰਜ ਵਿੱਚ ਐਂਟਰ ਕੀਤੇ। ਫਿਰ ਹੁਣ ਦੇਖੋ ਮੈਕਲੋਡਗੰਜ ਦੀ ਮੇਨ ਗੱਲ ਹੋ ਰਹੀ ਹੈ ਤਾਂ ਕੋਈ ਨੌਲੇਜ ਹੋਣੀ ਚਾਹੀਦੀ ਹੈ ਮੈਕਲੋਡਗੰਜ ਦੀ। ਤੁਸੀਂ ਨੈੱਟ 'ਤੇ ਸਰਚ ਕਰ ਸਕਦੇ ਹੋ ਮੈਕਲੋਡਗੰਜ ਬਾਰੇ ਤੁਸੀਂ ਕਿਆ ਸਪੀਕ ਕਰੋਗੇ। ਤੁਸੀਂ ਕਹੋਗੇ ਕਿ ਉੱਥੇ ਜਦੋਂ ਆਪਾਂ ਪੁੱਜੇ ਤਾਂ ਆਪਾਂ ਥੋੜ੍ਹਾ ਉੱਥੇ ਸਟੇ ਕੀਤਾ ਹੋਟਲ ਦੇ ਵਿੱਚ। ਫਿਰ ਆਪਾਂ ਥੋੜ੍ਹੀ ਰੈਸਟ ਤੋਂ ਬਾਅਦ ਫਿਰ ਆਪਾਂ ਉੱਥੇ ਬਕਸੂਨਾਥ ਟੈਂਪਲ ਹੈ, ਤਾਂ ਆਪਾਂ ਬਕਸੂਨਾਥ ਜਿਹੜਾ ਟੈਂਪਲ ਉੱਥੇ ਆਪਾਂ ਜਿਹੜਾ ਆਪਾਂ ਬਲੈਸਿੰਗ ਲਈਆਂ, ਮਤਲਬ ਜੋ ਮੱਥਾ ਟੇਕਿਆ ਤੁਸੀਂ ਉੱਥੇ। ਫਿਰ ਉੱਥੇ ਇੱਕ ਹੋਲੀ ਪੂਲ ਹੈ ਜਿੱਥੇ ਆਪਾਂ ਨਹਾਤੇ, ਇੱਦਾਂ ਕੁਛ ਕਹਿ ਸਕਦੇ ਹਾਂ, ਠੀਕ ਹੈ। ਜਾਂ ਫਿਰ ਤੁਸੀਂ ਆਪਣਾ ਜੋ ਫੇਸ ਹੈ ਉੱਤੇ ਸਪਲੈਸ਼ ਕੀਤਾ ਉਸ ਹੋਲੀ ਟੈਂਕ ਦੇ ਜੋ ਵਾਟਰ ਉਹਦੇ ਨਾਲ ਸਪਲੈਸ਼ ਕੀਤਾ, ਕਿਉਂਕਿ ਮੈਂ ਪ੍ਰੈਕਟੀਕਲੀ ਵਿਜ਼ਿਟ ਕੀਤਾ ਤਾਂ ਮੈਂ ਪ੍ਰੈਕਟੀਕਲੀ ਸਪੀਕ ਕਰ ਰਿਹਾ। ਤੁਸੀਂ ਮੇਰੀ ਜੋ ਮੈਂ ਕਹਿ ਰਿਹਾ ਉਹਨੂੰ ਇਮੈਜਿਨ ਕਰੋ, ਤੁਹਾਡੇ ਦਿਮਾਗ 'ਚ ਇੱਕ ਟੈਂਪਲ ਦੀ ਤਸਵੀਰ ਹੋਣੀ ਚਾਹੀਦੀ ਹੈ। ਤੁਸੀਂ ਨੈੱਟ 'ਤੇ ਸਰਚ ਕਰੋ ਉਸ ਟੈਂਪਲ ਦੀ ਤਸਵੀਰ, ਬਕਸੂਨਾਥ ਟੈਂਪਲ ਕਹਿੰਦੇ ਉਹਨੂੰ, ਤਾਂ ਕਈ ਬਕਸੂਨਾਥ ਟੈਂਪਲ ਇੱਦਾਂ ਕੁਛ ਕਹਿੰਦੇ ਆ। ਤਾਂ ਬਕਸੂਨਾਥ ਟੈਂਪਲ ਨੂੰ ਤੁਸੀਂ ਸਰਚ ਕਰੋਗੇ, ਤੁਸੀਂ ਤਸਵੀਰ ਦੇਖੋਗੇ ਤਾਂ ਤੁਹਾਨੂੰ ਰਿਮੈਂਬਰ ਕਰਨ 'ਚ ਹੋਰ ਜ਼ਿਆਦਾ ਈਜ਼ੀ ਹੋਏਗਾ। ਫਿਰ ਤੁਸੀਂ ਉੱਥੇ ਬਾਤ ਕੀਤਾ। ਫਿਰ ਤੁਸੀਂ ਕਹੋਗੇ ਕਿ ਇਹ ਫਸਟ ਟਾਈਮ ਸੀਗਾ, ਸੈਕਿੰਡ ਟਾਈਮ ਸੀਗਾ ਜਦੋਂ ਮੈਂ ਮਾਊਂਟੇਨਸ ਵਿੱਚ ਟਰੈਵਲ ਕਰ ਰਿਹਾ ਸੀਗਾ, ਠੀਕ ਹੈ ਨਾ। ਤਾਂ ਮੈਂ ਉੱਥੇ ਜਦੋਂ ਆਪਾਂ ਐਂਟਰ ਕੀਤਾ ਮੈਕਲੋਡਗੰਜ ਦੇ ਵਿੱਚ, ਫਿਰ ਆਪਾਂ ਬਕਸੂਨਾਥ ਟੈਂਪਲ ਵਿੱਚ ਬਲੈਸਿੰਗ ਲਈਆਂ, ਉੱਥੇ ਮੱਥਾ ਟੇਕਿਆ। ਫਿਰ ਉਸ ਤੋਂ ਇਲਾਵਾ ਆਪਾਂ ਜੋ ਹੋਲੀ ਟੈਂਕ ਸੀਗਾ ਉੱਥੇ ਆਪਾਂ ਬਾਥ ਲਿਆ, ਮਤਲਬ ਆਪਾਂ ਨਹਾਤੇ ਉੱਥੇ। ਇਸ ਤੋਂ ਇਲਾਵਾ ਫਿਰ ਤੁਸੀਂ ਸਪੀਕ ਕਰੋਗੇ ਉੱਥੇ ਦੇ ਹੋਟਲਸ ਦੀ ਕੁਛ ਗੱਲ ਕਰ ਦਿਓ ਕਿ ਨੇੜੇ ਤੇੜੇ ਬਹੁਤ ਸਾਰੇ ਹੋਟਲ ਸੀਗੇ ਮੈਕਲੋਡਗੰਜ ਦੇ ਵਿੱਚ, ਜਿੱਥੇ ਆਪਾਂ ਬਕਸੂਨਾਥ ਟੈਂਪਲ ਦੇ ਨੇੜੇ ਸੀਗੇ ਤਾਂ ਉੱਥੇ ਬਹੁਤ ਸਾਰੇ ਹੋਟਲ ਸੀਗੇ, ਉੱਥੇ ਬਹੁਤ ਸਾਰੇ ਕੈਫੇ ਸੀਗੇ। ਤਾਂ ਉੱਥੇ ਤਿੱਬਤੀਅਨ ਕਲਚਰ ਮੈਨੂੰ ਦੇਖਣ ਨੂੰ ਮਿਲਿਆ, ਤਿੱਬਤੀਅਨ ਲੋਕੀ ਬਹੁਤ ਜ਼ਿਆਦਾ ਸੀਗੇ ਉੱਥੇ। ਇਸ ਤੋਂ ਇਲਾਵਾ ਮੈਂ ਉੱਥੇ ਵਾਟਰਫਾਲ ਦੇਖਿਆ ਇੱਕ, ਤਾਂ ਵਾਟਰਫਾਲ ਮਤਲਬ ਫਸਟ ਟਾਈਮ ਸੀਗਾ ਜਦੋਂ ਮੈਂ ਵਾਟਰਫਾਲ ਦੇਖ ਰਿਹਾ ਸੀਗਾ ਉੱਥੇ। ਇਸ ਤੋਂ ਇਲਾਵਾ ਤੁਸੀਂ ਸਪੀਕ ਕਰੋਗੇ ਫਿਰ ਡਲ ਲੇਕ ਦੀ ਗੱਲ ਕਰੋਗੇ ਤੁਸੀਂ ਕਿ ਮੈਕਲੋਡਗੰਜ ਵਿੱਚ ਫਿਰ ਆਪਾਂ ਡਲ ਲੇਕ ਵਿਜ਼ਿਟ ਕਰਨਗੇ, ਅਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਟਾਈਮ ਦੀ ਗੱਲ ਕਰ ਰਹੇ ਹੋ। ਜੇ ਤਾਂ ਤੁਸੀਂ ਕਹੋਗੇ ਕਿ ਹਾਂ ਆਪਾਂ ਸ਼ਾਮ ਨੂੰ 7 ਵਜੇ ਉੱਥੇ ਪੁੱਜੇ ਮੈਕਲੋਡਗੰਜ 'ਚ, ਫਿਰ ਤੁਸੀਂ ਸਿੰਪਲ ਕਹਿ ਦੋਗੇ ਰਾਤ ਨੂੰ ਆਪਾਂ ਸਟੇ ਕੀਤਾ ਹੋਟਲ 'ਚ, ਫਿਰ ਨੈਕਸਟ ਡੇ ਆਪਾਂ ਆਪਣੀ ਜਰਨੀ ਸਟਾਰਟ ਕੀਤੀ, ਠੀਕ ਹੈ ਨਾ। ਐਂਡ ਜੇ ਤੁਸੀਂ ਕਹੋਗੇ ਕਿ ਨਹੀਂ ਆਪਾਂ 12 ਕੁ ਵਜੇ ਉੱਥੇ ਪੁੱਜ ਗਏ ਸੀਗੇ, ਫਿਰ ਤੁਸੀਂ ਸ਼ਾਮ ਨੂੰ ਦੱਸ ਸਕਦੇ ਕਿ ਹਾਂ ਆਪਾਂ ਬਕਸੂਨਾਥ ਟੈਂਪਲ ਵਿੱਚ ਜਦੋਂ ਗਏ ਉਸ ਤੋਂ ਬਾਅਦ ਆਪਾਂ ਵਾਟਰਫਾਲ ਦੇ ਨੇੜੇ ਗਏ। ਵਾਟਰਫਾਲ ਇਹ ਮੇਰਾ ਫਸਟ ਟਾਈਮ ਸੀਗਾ ਜਦੋਂ ਮੈਂ ਵਾਟਰਫਾਲ ਨੂੰ ਦੇਖ ਰਿਹਾ ਸੀਗਾ। ਇਸ ਤੋਂ ਇਲਾਵਾ ਫਿਰ ਤੁਸੀਂ ਡਲ ਲੇਕ ਦੀ ਗੱਲ ਕਰੋਗੇ ਮੈਕਲੋਡਗੰਜ ਵਿੱਚ, ਡਲ ਲੇਕ ਬਹੁਤ ਜ਼ਿਆਦਾ ਫੇਮਸ ਹੈ। ਇਸ ਤੋਂ ਇਲਾਵਾ ਤੁਸੀਂ ਦਲਾਈ ਲਾਮਾ ਟੈਂਪਲ ਉੱਥੇ ਬਹੁਤ ਜ਼ਿਆਦਾ ਫੇਮਸ ਹੈ। ਤਾਂ ਦਲਾਈ ਲਾਮਾ ਟੈਂਪਲ ਉੱਥੇ ਤਿੱਬਤੀਅਨ ਕਲਚਰ ਦੇਖਣ ਨੂੰ ਤੁਹਾਨੂੰ ਮਿਲੇਗਾ। ਹੋਰ ਕਿਹਾ ਮੈਕਲੋਡਗੰਜ ਦੇ ਵਿੱਚ ਉੱਥੇ ਇੱਕ ਸੈਂਟ ਜੋਨਸ ਇੱਕ ਚਰਚ ਹੈ, ਬਹੁਤ ਜ਼ਿਆਦਾ ਫੇਮਸ ਹੈ। ਸੈਂਟ ਜੋਨਸ ਇੱਕ ਚਰਚ ਹੈ, ਤੁਸੀਂ ਉਹਦੀ ਗੱਲ ਕਰ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਕੈਫੇ ਮੈਂ ਦੱਸਤਾ, ਹੋਟਲਸ ਦੱਸਤਾ, ਮਾਊਂਟੇਨਸ ਦੱਸ ਸਕਦੇ। ਤੁਸੀਂ ਕਹੋਗੇ ਕਿ ਉੱਥੇ ਬਹੁਤ ਵੱਡੀਆਂ ਮਾਊਂਟੇਨ ਸੀਗੀਆਂ, ਠੰਡੀ ਹਵਾ ਸੀਗੀ ਜਿਨ ਸਾਡੀ ਜਰਨੀ ਨੂੰ ਬਹੁਤ ਜ਼ਿਆਦਾ ਅਮੇਜ਼ਿੰਗ ਬਣਾਇਆ। ਇਸ ਤੋਂ ਇਲਾਵਾ ਲੋਕਲ ਫੂਡ ਦੀ ਗੱਲ ਕਰ ਸਕਦੇ ਹਾਂ। ਤੁਸੀਂ ਕਹਿ ਸਕਦੇ ਆਪਾਂ ਤਿੱਬਤੀਅਨ ਜਿਹੜੇ ਲੋਕੀ ਸੀ ਉਹਦੇ ਨਾਲ ਫੋਟੋਆਂ ਕਲਿੱਕ ਕੀਤੀਆਂ। ਤਾਂ ਇਹ ਹੈਗਾ ਕਿਉਂਕਿ ਮੈਂ ਪ੍ਰੈਕਟੀਕਲ ਵਿਜ਼ਿਟ ਕੀਤਾ। तो जे तुसीं इंग्लिश स्पीक करना हो तुसीं कहोगे वेल आई enjoyed many car journeys as I love traveling by car with my family. Here I would like to speak about my visit with my family and it was to McLeodganj and it was last summer holidays. And फिर तुसीं McLeodganj की गल करोगे, फिर तुसीं कहोगे कि we started our journey in the afternoon. आपां afternoon विच आपां start कीता, by the evening we entered, तो इवनिंग तक आप एंटर किया, वी एंटर्ड कांगड़ा विच इज़ द डिस्ट्रिक्ट ऑफ हिमाचल प्रदेश। एंड फिर तुम टाइम मैंशन करोगे किन्ने बजे आप वी रीच्ड मैकलोडगंज एंड आई वॉज रियली मच अमेज्ड बाय द ब्यूटी ऑफ मैकलोडगंज। इट वॉज द सैकेंड टाइम वैन आई वॉज ट्रैवलिंग थ्रू द माउंटेन्स, तो माउंटेन विच मैं ट्रैवल कर रहा सीगा। एंड दैन फिर तुम बक्सूनाथ टैंपल की गल करोगे, दैन वी वेंट टू द बक्सूनाथ टैंपल, वी टुक द ब्लैसिंग्स एंड वी टुक बाथ इन द होली टैंक। आप जो होली टैंक उस आप बाथ लिया,
ਨਹਾਤੇ ਉੱਥੇ। ਫਿਰ ਤੁਸੀਂ ਉੱਥੇ ਕੈਫੇਜ਼ ਦੀ ਗੱਲ ਕਰੋਗੇ, ਤੁਸੀਂ ਕਹੋਗੇ ਕਿ ਦੇਰ ਵਰ ਮੈਨੀ ਹੋਟਲਸ ਐਂਡ ਹੋਟਲ ਵਾਜ਼ ਅਮੇਜ਼ਿੰਗ, ਹੋਟਲਸ ਬਹੁਤ ਵਧੀਆ ਸੀ। ਕੈਫੇਜ਼ ਦੀ ਗੱਲ ਕਰੋਗੇ, ਵੀ ਇੰਜੋਇਡ ਦਾ ਲੋਕਲ ਫੂਡ, ਆਪਾਂ ਲੋਕਲ ਫੂਡ ਇੰਜੋਏ ਕੀਤਾ। ਫਿਰ ਤੁਸੀਂ ਡਲ ਲੇਕ ਦੀ ਗੱਲ ਕਰੋਗੇ, ਪਹਿਲਾਂ ਤੁਸੀਂ ਸੈਂਟ ਜੋਨਸ ਜੋ ਚਰਚ ਉਹਦੀ ਗੱਲ ਕਰੋਗੇ, ਤੁਸੀਂ ਕਹੋਗੇ ਫਸਟ ਟਾਈਮ ਸੀਗਾ ਵੈਨ ਆਈ ਵਾਜ਼ ਗੋਇੰਗ ਇਨ ਟੂ ਦ ਚਰਚ ਐਂਡ ਆਈ ਫੈਲਟ ਸੋ ਪੀਸਫੁਲ, ਮੈਂ ਬਹੁਤ ਸਾਰਾ ਪੀਸਫੁਲ ਫੀਲ ਕੀਤਾ। ਫਿਰ ਤੁਸੀਂ ਸਪੀਕ ਕਰੋਗੇ ਦਲਾਈ ਲਾਮਾ ਟੈਂਪਲ, ਤੁਸੀਂ ਕਹੋਗੇ ਆਪਾਂ ਉੱਥੇ ਵਿਜ਼ਿਟ ਕੀਤਾ। ਮੈਨੂੰ ਤਿੱਬਤੀਅਨ ਮਤਲਬ ਆਈ ਗੋ ਟੂ ਨੋ ਅਬਾਊਟ ਦ ਤਿੱਬਤੀਅਨ ਕਲਚਰ। ਫਿਰ ਮੇਰੇ ਫਾਦਰ ਨੇ ਮੈਨੂੰ ਤਿੱਬਤੀਅਨ ਕਲਚਰ ਦੀ ਇੰਪੋਰਟੈਂਸ ਦੱਸੀ। ਫਿਰ ਉੱਥੇ ਮਿਊਜ਼ੀਅਮ ਵੀ ਹੈਗੇ ਮੈਕਲੋਡਗੰਜ ਵਿੱਚ, ਤੁਸੀਂ ਮਿਊਜ਼ੀਅਮ ਦੀ ਗੱਲ ਕਰ ਸਕਦੇ ਹੈ। ਹੋਰ ਤੁਸੀਂ ਕਦੇ ਸਪੀਕ ਕਰੋਗੇ ਮੈਕਲੋਡਗੰਜ ਦੇ ਵਿੱਚ ਡਲ ਲੇਕ ਦੀ ਗੱਲ ਕਰ ਸਕਦੇ ਆ, ਵਾਟਰਫਾਲ ਤੁਸੀਂ ਕਹੋਗੇ ਕਿ ਮੈਂ ਬਹੁਤ ਸਾਰੇ ਇੰਜੋਏ ਦੇਖੇ ਉੱਥੇ। ਤੋ ਕਾਰ ਜਰਨੀ 'ਤੇ ਫੋਕਸ ਰੱਖਣਾ ਕਿ ਕਾਰ ਜਰਨੀ ਵਿੱਚ ਕਿਆ ਹੋਇਆ ਸੀਗਾ, ਤੁਸੀਂ ਕਹੋਗੇ ਹਿਮਾਚਲੀ ਸੌਂਗ ਆਪਾਂ ਪਲੇ ਕੀਤੇ, ਤਾਂ ਮਾਊਂਟੇਨਸ ਵਿੱਚ ਆਪਾਂ ਟਰੈਵਲ ਕਰ ਰਹੇ ਸੀਗੇ। ਇਹ ਇੱਕ ਐਡਵੈਂਚਰਸ ਇੱਕ ਐਕਸਪੀਰੀਅੰਸ ਸੀਗਾ ਸਾਡੇ ਲਈ, ਜੋ ਵੀ ਸਪੀਕ ਕਰਨਾ ਹੋਵੇ। ਤਾਂ ਇਹ ਸੀਗਾ ਕਿਊਕਡ, ਕਿਹੜਾ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ ਯੂ ਵੈਂਟ ਔਨ, ਆਨਸਰ ਹੈ। ਤੋ ਗੱਲ ਹੈਗੀ ਹੈ ਤੁਹਾਡੇ ਕੋਲ ਨੋਲ, ਤੁਸੀਂ ਪ੍ਰੈਕਟੀਕਲ ਉੱਥੇ ਵਿਜ਼ਿਟ ਕੀਤਾ ਕਿ ਨਹੀਂ। ਅਗਰ ਤੁਸੀਂ ਪ੍ਰੈਕਟੀਕਲ ਵਿਜ਼ਿਟ ਨਹੀਂ ਕੀਤਾ, ਠੀਕ ਹੈ, ਤਾਂ ਤੁਸੀਂ ਨੈੱਟ 'ਤੇ ਸਰਚ ਕਰੋ ਮੈਕਲੋਡਗੰਜ ਬਾਰੇ, ਉਹਦੀਆਂ ਤਸਵੀਰਾਂ ਦੇਖੋ ਤਾਂ ਕਿ ਤੁਹਾਨੂੰ ਰਿਮੈਂਬਰ ਕਰਨ ਵਿੱਚ ਸੌਖਾ ਹੋਵੇ। ਐਂਡ ਸੈਕਿੰਡ ਹੈਗਾ ਤੁਸੀਂ ਮੈਕਲੋਡਗੰਜ ਵਿਜ਼ਿਟ ਵੀ ਕਰਕੇ ਆ ਸਕਦੇ ਆ, ਕਿਉਂਕਿ ਸਮਰ ਅਗੇਨ ਚੱਲ ਰਹੀਆਂ, ਤੁਸੀਂ ਮੈਕਲੋਡਗੰਜ ਵਿਜ਼ਿਟ ਕਰਕੇ ਆ ਸਕਦੇ ਆ ਐਂਡ ਤੁਹਾਨੂੰ ਜ਼ਿਆਦਾ ਉਹ ਪ੍ਰੈਕਟੀਕਲੀ ਜਿਹੜਾ ਤੁਹਾਨੂੰ ਰਿਮੈਂਬਰ ਕਰਨ 'ਚ ਹੈਲਪ ਹੋਏਗਾ, ਠੀਕ ਹੈ। ਸੋ ਕਿਊਕਡ ਸੀਗਾ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ। ਐਂਡ ਸੈਕਿੰਡ ਕਿਊਕਡ ਹੈ ਜੋ ਨਿਊ PDF ਹੈ, ਉਹ ਹੈਗਾ ਡਿਸਕ੍ਰਾਈਬ ਅ ਬੁੱਕ ਜੋ ਇੰਜੋਏ ਰੀਡਿੰਗ। तो सेकंड कीवर्ड है जो न्यू PDF है, ਉਹਦਾ सेकंड कीवर्ड है डिस्क्राइब अ बुक जो इंजॉय रीडिंग। फिर ਤੁਸੀਂ ਕਹਿ ਸਕਦੇ ਪਹਿਲਾਂ ਸੇ ਇਹਨੂੰ ਪੰਜਾਬੀ ਸਪੀਕ ਕਰਾਂਗੇ ਆਪਾਂ, ਕਿ ਫਿਰ ਆਪਾਂ ਇੰਗਲਿਸ਼ ਸਪੀਕ ਕਰਾਂਗੇ। ਤਾਂ ਕੋਈ ਵੀ ਬੁੱਕ ਜਿਹੜੀ ਤੁਸੀਂ ਪੜ੍ਹਨਾ ਪਸੰਦ ਕਰਦੇ ਹੋ, ਤੁਸੀਂ ਕਹੋਗੇ ਹਾਂ ਭਾਈ ਮੈਨੂੰ ਬੁੱਕਸ ਪੜ੍ਹਨਾ ਬਹੁਤ ਜ਼ਿਆਦਾ ਪਸੰਦ ਹੈ, ਅਤੇ ਮੈਂ ਚਾਈਲਡਹੁੱਡ ਤੋਂ ਮੇਰੀ ਇਹ ਆਈ ਐਮ ਫੌਂਡ ਆਫ ਰੀਡਿੰਗ ਬੁੱਕਸ, ਮੈਨੂੰ ਬੁੱਕਸ ਪੜ੍ਹਨਾ ਬਹੁਤ ਪਸੰਦ ਹੈ। ਜਦੋਂ ਮੈਨੂੰ ਫ੍ਰੀ ਟਾਈਮ ਮਿਲਦਾ ਮੈਂ ਬੁੱਕਸ ਪੜ੍ਹਨਾ ਪਸੰਦ ਕਰਦਾ। ਪਰ ਇੱਥੇ ਮੈਂ ਇੱਕ ਬੁੱਕ ਦੀ ਗੱਲ ਕਰਾਂਗਾ ਜਿਹੜੀ ਮੈਨੂੰ ਬਹੁਤ ਜ਼ਿਆਦਾ ਪੜ੍ਹਨਾ ਪਸੰਦ ਹੈ, ਐਂਡ ਦਿਸ ਬੁੱਕ ਇਜ਼ ਵਿੰਗਸ ਆਫ फायर, आंसर है। तो बुक्स मैं किहड़ी बुक की गल कर रहे हैं, विंग्स ऑफ फायर। तो विंग्स ऑफ फायर इज द ऑटोग्राफी ऑफ द मिसाइल मैन ऑफ इंडिया एंड द प्रेजिडेंट ऑफ इंडिया डॉक्टर APJ अब्दुल कलाम। तो जो विंग्स ऑफ फायर है, तुसीं एक बुक का पर्टिकुलर नाम लोगे, तुसीं दसोगे मेरी सिस्टर ने मैनू ये गिफ्ट की सीगी, एंड विंग्स ऑफ फायर की तुसीं गल करोगे कि विंग्स ऑफ फायर मैं 6th क्लास में सीगा जो मेरे सिस्टर ने मैनू गिफ्ट की ऑन माई बर्थडे। एंड ये बुक मैंने पढ़ना बहुत पसंद है, क्योंकि ये मैंने मोटिवेट फील करती है। जो मैं पढ़दा ये बुक नूं तो मैं बहुत ज़्यादा मोटिवेट फील करदा, मैं होर ज़्यादा हार्ड वर्क करदा। फिर तुसीं विंग्स ऑफ फायर बारे तुहानूं नॉलेज होनी चाहिए है, ठीक है ना। देखो कुछ कीवर्ड हैगे हैं जिहड़े तुसीं इमेजिन करके बोल सकते हैं, ठीक है ना। इमेजिन मतलब कि जिद्दां मैं कहूँगा तुसीं किसी हेल्प की, तो तुसीं इमेजिन कर सकते हैं कि हाँ भाई मैं बस स्टैंड ते खड़ा सीगा, कोई बुढ़ा आदमी सीगा, उत्तों रोड नहीं क्रॉस हो रहा सीगा, तुसीं इमेजिन कर रहे हो उस चीज़ नूं। एंड दूजा हैगा कि जिद्दां मैं पुछूंगा फेमस बिजनेसमैन ते बोलो, तो जे तुहानूं फेमस बिजनेसमैन तुसीं अंबानी बारे मुकेश अंबानी बारे अगर तुसीं बोलण भी लापे, ठीक है, सर मुकेश अंबानी बारे तुसीं बोलण भी लापे, तो अगर तुहानूं उहदे बारे कुछ खास पता ही नहीं, तुसीं उहनूं एक्सटेंड नहीं कर सकते, तो तुहानूं इदां दे कीवर्ड तुहानूं स्टडी करने पैणे हैं। जिद्दां अगर बुक की गल की जाए, तुसीं किन्नियां गप्पां मार लोगे कि हाँ मैं बुक का कोई नाम लै दूँगे, तुसीं कहोगे कि मैनू वो पढ़ना पसंद है, मैं सवेर नूं पढ़दा, शाम नूं पढ़दा, फिर मैं वीकेंड्स ते पढ़दा, तो ये तो गप्पां, आंसर है। अगर तुहाडा जो कंटेंट है तुहानूं बुक बारे वाकिया तुहानूं उस बुक बारे वधिया नॉलेज हैगी है, तो इदां दे कीवर्ड तुहानूं थोड़े स्टडी करने पऊगे कि तुहानूं नॉलेज होवे कि हाँ मैं ये टॉपिक ते ये चीज़ां मेरे को कंटेंट हैगा, मैं इत्ते स्पीक करना। तो मैं जिहड़ी बुक की गल कर रहा वो हैगी विंग्स ऑफ फायर। तो विंग्स ऑफ फायर इज़ द ऑटोग्राफी ऑफ द मिसाइल मैन ऑफ इंडिया एंड द प्रेजिडेंट ऑफ इंडिया डॉक्टर APJ अब्दुल कलाम, एंड इट वॉज रिटन बाय अरुण तिवारी। तो अरुण तिवारी ने इनू लिखिया सीगा, अरुण तिवारी सॉरी चेक कर लो। सो विंग्स ऑफ फायर की गल करिए, विंग्स ऑफ फायर ऑटोबायोग्राफी है डॉक्टर APJ अब्दुल कलाम। तो ये तुहानूं पता होना चाहिए कि मतलब तुहानूं थोड़ा उहदी नॉलेज होनी चाहिए है कि डॉक्टर APJ अब्दुल कलाम का कदों जन्म होया सीगा। तो उन्हां दा जन्म होया सीगा 15 अक्तूबर 1931, ठीक है। तो डॉक्टर तुसीं अपनी कापी ते नोट करो इस चीज़ नूं। अच्छा जिहड़ा आपां मैकलोडगंज कीता उहदे मेन पॉइंट तुसीं अपनी कापी ते नोट करो मैकलोडगंज दे। पहला सीगा मैनी कार जर्नीस, मतलब मैं बहुत सारी कार जर्नी इंजॉय कीतियां। सैकेंड सीगा आपां डिसाइड किया। थर्ड सीगा आपां फिर कांगड़ा च इंटर मतलब मैकलोडगंज का ट्रिप बनाया, फिर आपां कांगड़ा च इंटर किया, फिर आपां धर्मशाला पुजे क्योंकि आउटस्कर्ट्स धर्मशाला विच स्थित है। फिर तुसीं उत्थे बक्सूनाथ मंतल पहला पॉइंट नोट करना, बक्सूनाथ टैंपल, फिर दलाई लामा टैंपल, फिर डल लेक, फिर सेंट जॉन्स चर्च,
फिर तिब्बतियन कल्चर, फिर म्यूजियम्स, फिर लोकल फूड, फिर कैफेज, रेस्टोरेंट्स, इन्हां चीज़ों ते बोलना। इदी जो सैकेंड क्यू कट सीगा विंग्स ऑफ फायर की आप गल कर रहे हैं, ऑटोबायोग्राफी डॉक्टर APJ अब्दुल कलाम की। तो इतने तुसीं स्पीक करोगे डॉक्टर APJ अब्दुल कलाम बारे, तुहानूं उन्हों का जन्म डेट पता होनी चाहिए है, वो हैगी है 15 अक्तूबर 1931। तो डॉक्टर APJ अब्दुल कलाम का जो जन्म होया सी, कापी ते नोट करो, 15 अक्तूबर 1931। एंड जो डैथ हुई सी वो हुई सी 27 जुलाई 2015। तो चेक कर लो एक बार फिर। तो जो उन्होंने डेट ऑफ बर्थ है डॉक्टर APJ अब्दुल कलाम, जो उन्होंने होया सीगा जन्म, वो है सीगा 15 अक्तूबर 1931। एंड जो उन्होंने डेथ हुई सी डॉक्टर APJ अब्दुल कलाम की 27 जुलाई 2015 शिलोंग में समथिंग हुई सी। सो हुण तुसीं डॉक्टर APJ अब्दुल कलाम ते बोलण लग पे, तो तुहानूं पता होना चाहिए कि उन्होंने लाइफ बारे पता होना चाहिए कि वो कित्थे जन्म होया सी उन्हां दा। तो रामेश्वरम विच उन्हां दा जन्म होया सीगा, तमिलनाडु। पूरेस्ट फैमिली सीगी, मुस्लिम फैमिली सीगी, पुअर फैमिली सीगी। तो रामेश्वरम विच होया सीगा उन्हां दा जन्म। तमिलनाडु दा एक प्लेस है रामेश्वरम, तमिलनाडु विच स्थित है। तो मुस्लिम फैमिली सीगी, पुअर फैमिली सीगी, बहुत ज़्यादा स्ट्रगल किया डॉक्टर APJ अब्दुल कलाम ने। ईवन उन्होंने रिलीजियस कुछ डिस्क्रिमिनेशन का भी सामना करना पिया सीगा चाइल्डहुड च। इस तो इलावा तुसीं कहोगे कि डॉक्टर APJ अब्दुल कलाम की लाइफ बारे तुहानूं कुछ पता होना चाहिए कि अंडर जिहड़ी स्ट्रीट लाइट्स विच, डिम स्ट्रीट लाइट्स उन्होंने पढ़िया। फिर इस तो इलावा उन्होंने जिद्दां पोवर्टी ने उन्होंने जो वो हाइट्स छूना चाहते थे, वो कदे नहीं रोक पाई पोवर्टी, क्योंकि पूरेस्ट फैमिली विचों बिलोंग करते थे। फिर तुसीं उन्होंने दसोगे कि उन्होंने डिग्री किहड़ी लई सी, मद्रास इंस्टीट्यूट तो उन्होंने डिग्री भी करन कीती सी, बाद च आपां स्पीक करते हैं। एयरोनॉट्स विच उन्होंने डिग्री लई सीगी। तुसीं सर्च करना सारा नैट ते सब कुछ सर्च करना, क्योंकि जे तुसीं सर्च करोगे तुहानूं ज़्यादा नॉलेज होएगी। फिर तुसीं स्पीक करोगे सिंपलिसिटी, चलो बाद च आपां डील करांगे एंड विच कि लाइफ उन्होंने बहुत सिंपल सीगी। फिर उन्होंने DRDO च उन्होंने ज्वाइन किया सीगा। DRDO क्या है? डिफेंस, DRDO डिफेंस रिसर्च, DRD डेवलपमेंट, डिफेंस रिसर्च एंड डेवलपमेंट ऑर्गेनाइजेशन। तो ये इंडिया दे विच मतलब एक ऑर्गेनाइजेशन है जिहड़ियां मिसाइल्स ते काम करती है। तो जो इन्हां दा डॉक्टर APJ अब्दुल कलाम प्ले अ लीडिंग रोल इन द डेवलपमेंट ऑफ द डिफेंस। जो साडे न्यूक्लियर वैपन सीगे, मिसाइल सीगे, उस एक जो प्रोग्राम सीगा उस उन्होंने लीडिंग रोल अदा किया सीगा डॉक्टर APJ अब्दुल कलाम ने। तो फिर DRDO उन्होंने ज्वाइन किया, जिस उन्होंने नंबर ऑफ जो मिसाइल्स है वो प्रोड्यूस कीतियां। तो तुसीं वो जीयर नैट से सर्च करना किहड़े जीयर च उन्होंने ISRO ज्वाइन किया सीगा। तो इंडियन स्पेस रिसर्च ऑर्गेनाइजेशन किहड़े जीयर च उन्होंने ज्वाइन किया सीगा। फिर DRDO उन्होंने किहड़े जीयर च उन्होंने DRDO मतलब डिफेंस रिसर्च एंड अगेन डेवलपमेंट ऑर्गेनाइजेशन जिहड़ी सीगी, जिस मिसाइल्स ते प्रोग्राम्स ते काम करते सीगे। तो अग्नि सब तो फेमस मिसाइल सीगी जिहड़ियां प्रोड्यूस मिसाइलों च एक सीगी। फिर 2002 तो 2008 तक उन्होंने प्रेजिडेंट का रोल अदा किया, मतलब प्रेजिडेंट रहे इंडिया के। तो वो ओवरसीज़ नेशन की गल कर सकते हैं कि बाहरली कंट्रियां जो स्पीच दी सी उन्होंने बहुत ज़्यादा उन्होंने एप्रीशिएट किया सारी कंट्रीज़ ने। मतलब उन्होंने जो व्यू एक वधिया स्पीकर सीगे डॉक्टर APJ अब्दुल कलाम। फिर तुसीं मतलब तुहाडे कोल नॉलेज होनी चाहिए है। विंग्स ऑफ फायर ते अगर तुसीं बोलना, तुसीं एक पर्टिकुलर बुक ते बोल रहे हैं, तुसीं कहोगे जो मैं पढ़दा मैं बहुत मोटिवेट फील करदा, तो तुसीं उत्ते स्पीक करोगे किद्दां स्टार्ट करोगे? वेल आई हैव रेड मैनी बुक्स एज आई लव रीडिंग, हियर आई वुड लाइक टू स्पीक अबाउट द बुक दैट आई एंजॉय रीडिंग एंड आई ऑफन रीड इट, दैट मेक्स मी फील सो मोटिवेटेड। एंड दिस बुक इज द ऑटोबायोग्राफी ऑफ द मिसाइल माइंड ऑफ इंडिया एंड द प्रेजिडेंट ऑफ इंडिया डॉक्टर APJ अब्दुल कलाम। ठीक है। फिर तो दस ने ही बिलोंग टू द पुअरेस्ट फैमिली ऑफ इंडिया, मुस्लिम फैमिली सीगी। ही वॉज बोर्न ऑन 15 अक्टूबर 1931 एंड डाइड होए सीगे 15 जुलाई 2015 एंड ही सर्व्ड एज द प्रेजिडेंट ऑफ इंडिया फ्रॉम 2002 to 2008. Poverty never let him, poverty never stopped him from reaching the heights. ठीक है ना। So poverty never stopped him from reaching the heights. तो जो heights वो reach करना चाहते सी, poverty उन्होंने रोक नहीं सकी। फिर ही स्टडीड अंडर द डिम लाइट्स ऑफ द स्ट्रीट लाइट्स विच उन्होंने स्टडी किया।
ਫਿਰ ਇਸ ਤੋਂ ਇਲਾਵਾ ਡੀਓ ਹੀ ਜੁਆਇੰਟ ਦਾ DRDO, ਜਿਹਦੇ ਵਿੱਚ ਕਾਫੀ ਸਾਰੀ ਮਿਸਾਈਲ ਦੀ ਤੁਸੀਂ ਗੱਲ ਕਰ ਸਕਦੇ ਆ। ਫਿਰ ਇਸ ਤੋਂ ਇਲਾਵਾ ਤੁਸੀਂ ISRO ਦੀ ਗੱਲ ਕਰ ਸਕਦੇ, ISRO 'ਚ ਪ੍ਰੈਜ਼ੀਡੈਂਟ ਦੀ ਗੱਲ ਕਰ ਸਕਦੇ ਆ। ਫਿਰ ਸਟਰਗਲ ਦੀ ਗੱਲ ਕਰ ਜਦੋਂ ਡਿਊਰਿੰਗ ਪ੍ਰੈਜ਼ੀਡੈਂਟ ਸੀਗੇ, ਸਿੰਪਲਿਸਿਟੀ ਦੀ ਗੱਲ ਕਰ ਸਕਦੇ ਹਾਂ ਕਿ ਕਿੰਨੇ ਸਿੰਪਲੀ ਉਹ ਆਪਣਾ ਲਾਈਫ ਸਟਾਈਲ ਜੀਂਦੇ ਸੀਗੇ। ਇੱਕ ਵਧੀਆ ਸਪੀਕਰ, ਹੀ ਵਾਜ਼ ਅ ਬੈਸਟ ਸਪੀਕਰ, ਤੋਂ ਬੈਸਟ ਸਪੀਕਰ ਸੀਗੇ ਉਹ। ਤੋਂ ਤੁਸੀਂ ਕਹੋਗੇ ਜਦੋਂ ਮੈਂ ਇਹਨੂੰ ਬੁੱਕ ਨੂੰ ਰੀਡ ਕਰਦਾ ਤਾਂ ਮੈਂ ਬਹੁਤ ਜ਼ਿਆਦਾ ਮੋਟੀਵੇਟ ਫੀਲ ਕਰਦਾ, ਅਤੇ ਮੈਂ ਹਾਰਡ ਵਰਕ 'ਚ ਹੋਰ ਜ਼ਿਆਦਾ ਮੈਨੂੰ ਕਰਨਾ ਪਸੰਦ ਹੈ ਜਦੋਂ ਮੈਂ ਬੁੱਕ ਨੂੰ ਪੜ੍ਹਦਾ। ਤਾਂ ਇੱਦਾਂ ਤੁਸੀਂ ਮਤਲਬ ਮੇਨ ਗੱਲ ਕਿਆ ਹੈ ਕਿ ਮੇਨ ਗੱਲ ਇਹ ਹੈ ਕਿ ਤੁਸੀਂ ਜੋ ਵਿੰਗਸ ਆਫ ਫਾਇਰ ਹੈ ਤੁਸੀਂ ਉਹਨੂੰ ਨੈੱਟ 'ਤੇ ਸਰਚ ਕਰੋ। ਵਿੰਗਸ ਆਫ ਫਾਇਰ ਦੀ ਜੋ ਮੇਨ ਪੁਆਇੰਟਸ ਹੈ, ਬਹੁਤ ਸਾਰੀ ਕੋਟਸ ਉਹਨਾਂ ਨੇ ਜੋ ਸੀਗੀਆਂ, ਜਿੱਦਾਂ ਉਹ ਕਹਿੰਦੇ ਸੀਗੇ ਕਿ ਕੋਟਸ ਹੁੰਦਾ ਜੋ ਉਹ ਦਿੰਦੇ ਹੁੰਦੇ ਸੀਗੇ ਮੋਟੀਵੇਸ਼ਨਲ, ਜਿੱਦਾਂ ਸੈਂਟੈਂਸਿਸ ਕੁਛ ਹੁੰਦੇ ਨਾ, ਅਤੇ ਉਹਨਾਂ ਦੇ ਪ੍ਰੇਅਰਸ ਵਿੱਚ ਬਹੁਤ ਬਿਲੀਵ ਕਰਦੇ ਹੁੰਦੇ ਸੀਗੇ। ਅਤੇ ਉਹਨਾਂ ਦਾ ਇੱਕ ਕੋਟ ਸੀਗਾ, ਹਾਰਡ ਵਰਕ, ਕੌਨਫੀਡੈਂਸ ਐਂਡ ਹਾਰਡ ਵਰਕ is the medicine to kill the disease that is called failure। तो एक कोट से ਉਹਨਾਂ ਦਾ, confidence and hard work is the medicine to kill disease that is called failure। तो ਕਹਿੰਦੇ ਹਾਰਡ ਵਰਕ ਹੀ ਇੱਕ ਡਿਸੀਜ਼ ਨੂੰ ਖਤਮ ਕਰਦਾ ਜਿਹਨੂੰ ਆਪਾਂ ਫੇਲੀਅਰ ਦਾ ਨਾਂ ਦਿੰਦੇ ਆਪਾਂ। तो ਬਹੁਤ ਸਾਰੇ ਉਹਨਾਂ ਨੇ ਕੋਟਸ ਜਿਹੜੇ ਦਿੱਤੇ ਸੀਗੇ, ਤੁਸੀਂ ਉਹਨੂੰ ਨੈੱਟ 'ਤੇ ਸਰਚ ਕਰ ਸਕਦੇ ਆ। ਚਿਲਡਰਨ ਨੂੰ ਹਮੇਸ਼ਾ ਕਹਿੰਦੇ ਸੀ ਚਿਲਡਰਨ ਸ਼ੁੱਡ ਲੀਵ ਦ ਨੈਸਟ, ਉਹਨਾਂ ਨੂੰ ਆਪਣਾ ਆਲਣਾ ਛੱਡ ਦੇਣਾ ਚਾਹੀਦਾ। ਤਾਂ ਬਹੁਤ ਸਾਰਾ ਤੁਸੀਂ ਸਰਚ ਕਰੋ ਨੈੱਟ 'ਤੇ, ਬਹੁਤ ਕੁਛ ਤੁਹਾਨੂੰ ਮਿਲੇਗਾ। तो फर्स्ट क्यू-कट सीगा डिस्क्राइब अ लॉन्ग कार जर्नी। सैकेंड क्यू-कट सीगा बुक यू इंजॉय रीडिंग। एंड थर्ड क्यू-कट है डिस्क्राइब स्पीच यू गेव। अंडरस्टैंड है, डिस्क्राइब स्पीच यू गेव। ਹੁਣ देखो ना क्यू-कट थर्ड हैगा कोई स्पीच ਜਿਹੜੀ ਤੁਸੀਂ ਦਿੱਤੀ ਹੋਵੇ। तो ਤੁਸੀਂ ਨਾ ਮੇਰਾ ਜਿਹੜਾ ਆਪਾਂ ਡਾਕਟਰ APJ ਅਬਦੁਲ ਕਲਾਮ 'ਤੇ ਬੋਲਿਆ ਨਾ, ਮੈਂ ਇसी ਟੋਪਿਕ ਨੂੰ ਇਸ ਟੋਪਿਕ 'ਚ ਬਾੜ ਦੇਣਾ। ਜੇ ਤੁਸੀਂ ਕਹੋਗੇ ਕਿ ਹਾਂ ਜਦੋਂ ਮੈਂ ਆਪਣੇ ਹਾਈ ਸਕੂਲ 'ਚ ਗਿਆ ਤਾਂ ਉੱਥੇ ਟਰਮ ਵਾਈਜ਼ ਇੱਕ ਹੁੰਦਾ ਸੀਗਾ ਕਿ ਸਪੀਚ ਦੇਣੀ ਹੁੰਦੀ ਸੀ ਹਰ ਬੰਦੇ ਨੇ। तो मैं ਜਿਹੜੀ ਸਪੀਚ ਦਿੱਤੀ ਸੀ ਉਹ ਮੈਂ ਦਿੱਤੀ ਸੀ ਕਿ ਇੰਪੋਰਟੈਂਸ ਆਫ ਰੋਲ ਮਾਡਲ ਸਪੀਚ ਹੈ ਨਾ। ਤਾਂ ਤੁਸੀਂ ਕਹੋਗੇ ਮੈਂ ਸਪੀਚ ਦਿੱਤੀ ਸੀ ਇੰਪੋਰਟੈਂਸ ਆਫ ਰੋਲ ਮਾਡਲ, ਕਿ ਸਾਡੀ ਜ਼ਿੰਦਗੀ 'ਚ ਰੋਲ ਮਾਡਲ ਦੀ ਕਿਆ ਮਹੱਤਤਾ। ਤਾਂ ਫਿਰ ਤੁਸੀਂ ਕਹੋਗੇ ਮੈਂ ਡਾਕਟਰ APJ ਅਬਦੁਲ ਕਲਾਮ 'ਤੇ ਬੋਲਿਆ ਕਿ ਮੇਰਾ ਰੋਲ ਮਾਡਲ APJ ਅਬਦੁਲ ਕਲਾਮ ਹੈ। ਫਿਰ ਤੁਸੀਂ APJ ਅਬਦੁਲ ਕਲਾਮ ਦੀਆਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਡਿਸਕਸ ਕੀਤਾ। ਤਾਂ ਜੋ ਸੈਕਿੰਡ ਕਿਊ-ਕਟ ਸੀਗਾ ਉਹਨੂੰ ਥਰਡ ਕਿਊ-ਕਟ ਤੁਸੀਂ ਬੋਲ ਕੇ ਐਂਡ ਤੁਸੀਂ ਆਪਣੇ ਕਿਊ-ਕਟ ਨੂੰ ਪੂਰਾ ਕਰ ਸਕਦੇ ਹੋ, क्योंकि स्पीच है ना। तो स्पीच से तुम इंपोर्टेंस ऑफ बोल सकते हैं रोल मॉडल, एंड रोल मॉडल तुम बोल दो कि मैं अपने रोल मॉडल के उत्ते स्पीक किया सीगा कि मेरा रोल मॉडल डॉक्टर APJ अब्दुल कलाम है। फिर तुम्हें पता ही है APJ अब्दुल कलाम बारे जो भी मैं दसिया, तुम उन्होंने नैट पर सर्च करो, उन्होंने तुम चेता कर सकते हैं चीज़ों, मेन चीज़ों वो फायदेमंद। एंड फोर्थ नंबर क्यू-कट है न्यू स्टोर एंड शॉप ओपन इन योर न्यू शॉप और स्टोर ओपन इन योर सिटी। कोई भी स्टोर ओपन होया होवे तुहाडी सिटी च, एंड कोई स्टोर ओपन होया होवे तुहाडी सिटी च, एक क्यू-कट है। फोर्थ नंबर क्यू-कट है तो स्टोर ते मैं ईजी डे ते बोलांगा। ईजी डे तुहानूं पता हुशियारपुर दा ईजी डे एक फेमस स्टोर है। तुसीं कहोगे चलो बेशक पुराना, आपां कहोगे कि न्यूली ओपन होया। फिर तुहानूं मेन चीज़ां पता होनी चाहिए। ईजी डे तुसीं कहोगे इट इज़ लोकेटेड इन द सेंटर ऑफ द सिटी। तो ईजी डे एक न्यूली ओपन स्टोर ओपन होया साडी सिटी च, इट इज़ लोकेटेड इन द सेंटर ऑफ द सिटी एंड इट इज़ वेरी असैसिबल टू ऑल पीपल। फिर तुसीं दसोगे की मिलदा, तुसीं दसोगे देयर इज़ एम्पल पार्किंग, बहुत वधिया पार्किंग है उत्थे। द इंटीरियर ऑफ दिस स्टोर इज़ वेरी मच एडमायरेबल, जो इंटीरियर है बहुत ज़्यादा एडमायरेबल है। जो अंदरली गल करिए स्टाफ बहुत कोऑपरेटिव है। ऑल द डेली नसैसरीज जो चीज़ां सानूं हाउस होल्ड चीज़ां चाहिए होंदियां सब कुछ अवेलेबल है स्टोर च। ਕਿਹੜੀਆਂ ਚੀਜ਼ਾਂ, ਫੂਡ ਦੀ ਗੱਲ ਕਰੋ, ਵੈਜੀਟੇਬਲਸ ਦੀ ਗੱਲ ਕਰੋ, ਫਰੂਟਸ ਦੀ ਗੱਲ ਕਰੋ, ਕਿਉਂਕਿ ਸਟੋਰ ਦੀ ਗੱਲ ਹੋ ਰਹੀ ਹੈ। ਨਵੀਂ ਕੋਈ ਸਟੋਰ ਖੁੱਲਿਆ ਤਾਂ ਸਟੋਰ 'ਚ ਤੁਸੀਂ ਕਹੋਗੇ ਜੋ ਵੀ ਨੈਸੈਸਰੀਜ਼ ਦੀ ਚੀਜ਼ਾਂ ਸਾਰੀਆਂ ਇੱਥੇ ਅਵੇਲੇਬਲ ਹੈ, ਜਿੱਦਾਂ ਸਪਾਈਸਿਸ ਹੋ ਗਿਆ, ਫੂਡ ਹੋ ਗਿਆ, ਕੋਲਡ ਡਰਿੰਕਸ ਹੋ ਗਈਆਂ, ਬੀਵਰੇਜ ਜੋ ਸੌਫਟ ਬੀਵਰੇਜ ਵਗੈਰਾ ਹੁੰਦੀਆਂ। ਫਿਰ ਚਿਕਨ ਦੀ ਗੱਲ ਕਰ ਸਕਦੇ, ਚਿਕਨ ਵੀ ਅਵੇਲੇਬਲ ਹੈਗਾ ਇਸ ਸਟੋਰ 'ਚ। ਫਿਰ ਟੋਇਲਟਰੀਜ਼ ਵਗੈਰਾ ਜੋ ਚੀਜ਼ਾਂ ਹੁੰਦੀਆਂ, ਟੋਇਲਟ ਰਿਲੇਟਡ ਜੋ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਹੈਗੀਆਂ। फिर इस तो इलावा ਆਪਾਂ ਸਪੀਕ ਕਰਾਂਗੇ ਹਾਊਸ ਹੋਲਡ ਜੋ ਚੀਜ਼ਾਂ ਉਹ ਵੀ ਸਾਰੀਆਂ ਅਵੇਲੇਬਲ ਹੈਗੀਆਂ। ਵੈਜੀਟੇਬਲਸ ਹੈਗੇ ਆ, ਫਰੂਟਸ ਹੈਗੇ ਆ, ਕੇਨਡ ਫੂਡ ਹੈਗੇ ਆ, ਠੀਕ ਹੈ ਨਾ, ਡੇਅਰੀ ਪ੍ਰੋਡਕਟਸ ਹੈਗੇ ਇੱਥੇ। ਮੈਂ ਜੋ ਵੀ ਤੁਸੀਂ ਤੁਹਾਨੂੰ ਪਤਾ ਹੀ ਇੱਕ ਐਜ਼ ਅ ਸਟੋਰ ਵਿੱਚ ਕਿਆ ਕਿਆ ਹੁੰਦਾ, ਜੋ ਵੀ ਆਪਾਂ ਚੀਜ਼ਾਂ ਵਰਤਦੇ ਹਾਂ, ਮਤਲਬ ਉਹਦੀ ਤੁਸੀਂ ਗੱਲ ਕਰੋਗੇ ਕਿ ਤੁਸੀਂ ਕਹੋਗੇ ਕਿ ਮੈਂ ਆਫਨ ਇੱਥੇ ਵਿਜ਼ਿਟ ਕਰਦਾ ਅਤੇ ਸਾਡੇ ਸੈਂਟਰ ਆਫ ਸਿਟੀ ਦੇ ਵਿੱਚ ਹੈ। ਈਵਨ ਉੱਥੇ ਦਾ ਬਹੁਤ ਸਾਰੇ ਡਿਸਕਾਊਂਟ ਵਗੈਰਾ ਦਿੰਦੇ ਹੈ, ਸਪੈਸ਼ਲ ਕੂਪਨ ਦਿੰਦੇ ਹੈ, ਇੱਦਾਂ ਦੀ ਕੁਛ ਗੱਲ ਕਰੋਗੇ ਤੁਸੀਂ। तो क्यू-कट हैगा न्यूली ओपनड स्टोर। तो मैं
ਈਜ਼ੀ ਡੇ ਤੇ ਬੋਲਾਂਗਾ। ਈਜ਼ੀ ਡੇ ਵਿੱਚ ਤੁਸੀਂ ਪਾਰਕਿੰਗ ਦੀ ਗੱਲ ਕਰੋਗੇ, ਇੰਟੀਰੀਅਰ ਦੀ ਗੱਲ ਕਰੋਗੇ, ਚੀਜ਼ਾਂ ਕਿਹੜੀਆਂ ਇਹ ਸੈੱਲ ਕਰਦਾ, ਤੇ ਚੀਜ਼ਾਂ ਵਿੱਚ ਤੁਸੀਂ ਕਹੋਗੇ ਡੇਅਰੀ ਪ੍ਰੋਡਕਟਸ ਹੁੰਦਾ, ਕੋਸਮੈਟਿਕ ਚੀਜ਼ਾਂ ਸੈੱਲ ਕਰਦਾ ਇਹ ਜਿਹੜਾ ਸਟੋਰ ਹੈ। ਹਾਊਸ ਹੋਲਡ ਜੋ ਚੀਜ਼ਾਂ ਜੋ ਵੀ ਆਪਾਂ ਨੀਡ ਸਾਨੂੰ ਹੁੰਦੀ ਹੈ ਉਹ ਚੀਜ਼ਾਂ ਸਾਰੀਆਂ ਸਾਨੂੰ ਮਿਲਦੀਆਂ। ਜੋ ਵੀ ਤੁਸੀਂ ਫੂਡ ਦੀ ਗੱਲ ਕਰਨੀ ਹੋਵੇ, ਫਰੂਟਸ ਵੈਜੀਟੇਬਲਸ ਦੀ ਗੱਲ ਕਰਨੀ ਹੋਵੇ, ਸਾਰੀਆਂ ਚੀਜ਼ਾਂ ਦੱਸਣਾ। ਫਿਰ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਤੁਸੀਂ ਸਪੀਕ ਕਰ ਸਕਦੇ। ਐਂਡ ਲਾਸਟ ਕੀਵਰਡ ਸੀਗਾ, ਪੰਜਵਾਂ ਕੀਵਰਡ ਹੈ ਪਲੇਸ ਅਵੇ ਫਰੋਮ ਯੂਰ ਹੋਮ ਯੂ ਵਾਂਟ ਟੂ ਵਿਜ਼ਿਟ। 5 ਨੰਬਰ ਕੀਵਰਡ ਹੈ ਪਲੇਸ ਅਵੇ ਫਰੋਮ ਯੂਰ ਹੋਮ ਯੂ ਵਾਂਟ ਟੂ ਵਿਜ਼ਿਟ। ਕੋਈ ਵੀ ਪਲੇਸ ਜਿਹੜਾ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤੁਹਾਡੇ ਘਰ ਤੋਂ ਥੋੜ੍ਹਾ ਦੂਰ ਹੈ, तो मैं अगेन मैक्लोडगंज से बोलांगा। तो ਇਹਦਾ ਮਤਲਬ ਆਪਾਂ 3 ਕੀਵਰਡ ਕੀਤੇ, ਤਿੰਨਾਂ 'ਚ 2 ਆਪਾਂ ਐਡਜਸਟ ਕਰਦੇ ਹਾਂ। तो 5 नंबर ਕੀਵਰਡ ਹੈ ਨਿਊ PDF ਦਾ ਪਲੇਸ ਅਵੇ ਫਰੋਮ ਯੂਰ ਹੋਮ ਯੂ ਵਾਂਟ ਟੂ ਵਿਜ਼ਿਟ। ਫਿਰ ਤੁਸੀਂ ਅਗੇਨ ਤੁਸੀਂ ਕਹੋਗੇ ਕਿ ਮੈਂ ਮੈਕਲੋਡਗੰਜ ਵਿਜ਼ਿਟ ਕਰਨਾ ਚਾਹੁੰਦਾ, ਕਿਉਂਕਿ ਕੀਵਰਡ ਤਾਂ ਇੱਕੋ ਹੈਗਾ ਨਾ। ਤੁਸੀਂ ਦੱਸੋਗੇ, ਤੁਸੀਂ ਮੇਰੇ ਕੋਲ ਫਰੈਂਡ ਨੇ ਦੱਸਿਆ ਕਿ ਉੱਥੇ ਡਲ ਲੇਕ ਬਹੁਤ ਫੇਮਸ ਹੈ। ਇਸ ਤੋਂ ਇਲਾਵਾ ਉੱਥੇ ਮੈਂ ਦਲਾਈ ਲਾਮਾ ਟੈਂਪਲ ਵਿਜ਼ਿਟ ਕਰੂੰਗਾ। ਫਿਰ ਮੈਂ ਉੱਥੇ ਬਕਸੂਨਾਸ ਜੋ ਟੈਂਪਲ ਹੈ ਉੱਥੇ ਮੈਂ ਵਿਜ਼ਿਟ ਕਰਾਂਗਾ, ਵਾਟਰਫਾਲ ਇੰਜੋਏ ਕਰਾਂਗਾ, ਇੱਦਾਂ ਕਰਾਂਗਾ। तो ये फ्यूचर भी जाएगा, ठीक है ना। तो जो मैक्लोडगंज है ਤੁਸੀਂ ਸਾਰੀ ਦੀ ਨੌਲੇਜ ਲੈ ਲਓ ਐਂਡ ਇੱਕ ਕੀਵਰਡ ਇਹਦੇ ਵਿੱਚ ਐਡਜਸਟ ਹੋ ਜਾਏਗਾ ਪਲੇਸ ਯੂ ਵਾਂਟ ਟੂ ਵਿਜ਼ਿਟ ਇਨ ਫਿਊਚਰ। ਫਿਰ ਤੁਸੀਂ ਅਗੇਨ ਮੈਕਲੋਡਗੰਜ ਦੀ ਗੱਲ ਕਰੋਗੇ, ਤੁਸੀਂ ਕਹੋਗੇ ਕਿ ਇਨ ਦਿਸ ਸਮਰ ਹੌਲੀਡੇਜ਼ ਆਈ ਹੈਵ ਡਿਸਾਈਡਡ ਵਿਦ ਮਾਈ ਫਰੈਂਡਸ ਟੂ ਵਿਜ਼ਿਟ ਮੈਕਲੋਡਗੰਜ, ਇੱਦਾਂ ਸਮਥਿੰਗ। तो ਅੱਜ ਆਪਾਂ ਪਹਿਲੇ 5 ਕੀਵਰਡ ਡੀਲ ਕੀਤੇ ਹੈ। तो 5 ਕੀਵਰਡ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਆਪਾਂ ਡੀਲ ਕੀਤਾ। तो अगर ਤੁਹਾਨੂੰ ਲੱਗਦਾ ਕਿ ਜੋ ਮੇਰੀ ਵੀਡੀਓਜ਼ ਹੈ ਉਹ ਪ੍ਰਾਈਸਲੈਸ ਹੈ, ਤੁਸੀਂ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ। ਨੈਕਸਟ ਵੀਡੀਓ ਕਿਸ ਚੀਜ਼ 'ਤੇ ਹੋਣੀ ਚਾਹੀਦੀ ਹੈ ਉਹ ਮੈਨੂੰ ਕਮੈਂਟ ਵਿੱਚ ਦੱਸੋ ਕਿ ਨੈਕਸਟ ਵੀਡੀਓ ਮੈਂ ਕਾਹਤੇ ਬਣਾਵਾਂ, ਅਗਲੇ ਨੈਕਸਟ 5 ਕੀਵਰਡ ਦੇ ਬਣਾਵਾਂ ਜਾਂ ਰਾਈਟਿੰਗ ਦੇ ਬਣਾਵਾਂ। तो मेरे चैनल ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਜਿਹੜੀ ਵੀਡੀਓਜ਼ ਹੈ ਸ਼ੇਅਰ ਕਰੋ ਤੁਹਾਡੇ ਫਰੈਂਡਸ ਨਾਲ, ਕਿਉਂਕਿ ਤੁਹਾਡੇ ਜਿਹੜੇ ਫਰੈਂਡਸ ਹੈ ਮੋਸਟਲੀ ਅਲੱਗ-ਅਲੱਗ ਜਿਹੜੇ ਇੰਸਟੀਟਿਊਟ ਪੜ੍ਹਦੇ ਹੈ तो ਕਾਫੀ ਸਾਰੀ ਡਿਫਿਕਲਟੀ ਫੇਸ ਕਰਦੇ ਹੈ। तो ਆਪਣੇ ਫਰੈਂਡਸ ਨਾਲ ਆਪਣੇ WhatsApp ਸਟੇਟਸ ਵਿੱਚ ਲਿੰਕ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਇਹ ਵੀਡੀਓ ਦੂਜੇ ਲਈ ਹੈਲਪਫੁਲ ਹੋਵੇ। ਥੈਂਕ ਯੂ।